ਗੁਰੂ ਗੋਬਿੰਦ ਸਿੰਘ ਮਹਾਰਾਜ ਆਗਰੇ ਨੇ ਤੇ ਆਗਰੇ ਸ਼ਹਿਜ਼ਾਦਾ ਮੁਅੱਜ਼ਮ ਜਿਹੜਾ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ ਬਣਦਾ ਹੈ। ਸ਼ਹਿਜ਼ਾਦਾ ਮੁਅੱਜ਼ਮ ਨੇ ਜਿਸ ਵੇਲੇ ਤਾਰਾ ਆਜ਼ਮ ਨੂੰ ਜੈਜੋਂ ਦੀ ਜੰਗ ਦੇ ਵਿੱਚ ਹਰਾ ਦਿੱਤਾ ਨਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਿੱਲਤ ਭੇਟ ਕੀਤੀ। ਮੈਂ ਇੱਥੇ 3 ਸ਼ਬਦ ਇਸ ਕਰਕੇ ਤੁਹਾਡੇ ਨਾਲ ਸਾਂਝੇ ਕਰ ਦੇਵਾਂ। ਸਾਡੇ ਕਈ ਵਾਰੀ ਵੀਰ ਸਟੇਜ ਤੋਂ ਕਹਿ ਦਿੰਦੇ ਨੇ ਕਿ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਨੂੰ ਖਿੱਲਤ ਬਖਸ਼ਿਸ਼ ਕੀਤੀ। ਇਹ 3 ਸ਼ਬਦ ਨੇ। ਇਹਨਾਂ 3 ਸ਼ਬਦਾਂ ਦੇ ਉੱਪਰ ਹਮੇਸ਼ਾ ਵਾਸਤੇ ਆਪਣੀ ਮਾਨਸਿਕਤਾ ਨੂੰ ਕੇਂਦਰਿਤ ਰੱਖਿਓ। ਦਾਨ, ਭੇਟਾ ਔਰ ਬਖਸ਼ਿਸ਼। ਜੋ ਪ੍ਰਮਾਤਮਾ ਸਾਨੂੰ ਦਿੰਦਾ ਹੈ, ਕਿਉਂਕਿ ਅਸੀਂ ਇਸ ਦਰ ਦੇ ਉੱਪਰ ਸਾਰੇ ਹੀ ਭਿਖਾਰੀ ਹਾਂ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਜੋ ਪ੍ਰਮਾਤਮਾ ਸਾਨੂੰ ਬਖਸ਼ਿਸ਼ ਕਰਦਾ ਹੈ, ਉਹਦੀਆਂ ਦਿੱਤੀਆਂ ਬਖਸ਼ਿਸ਼ਾਂ ਦੇ ਵਿੱਚੋਂ ਜੇ ਅਸੀਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ, ਉਹ ਦਾਨ ਹੈ। ਤੇ ਜੋ ਅਸੀਂ ਉਹਨਾਂ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਦੇ ਵਿੱਚੋਂ ਗੁਰੂ ਦੇ ਦਰ ਦੇ ਉੱਤੇ ਅਰਪਿਤ ਕਰਦੇ ਹਾਂ ਪਿਆਰ ਸਹਿਤ, ਉਹ ਭੇਟਾ ਹੈ। ਤੇ ਉਸ ਭੇਟਾ ਤੋਂ ਪ੍ਰਸੰਨ ਹੋ ਕੇ ਜੋ ਗੁਰੂਦੇਵ ਪਾਤਸ਼ਾਹ ਸਾਨੂੰ ਦਿੰਦੇ ਨੇ, ਉਹ ਬਖਸ਼ਿਸ਼ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਗੁਰੂ ਘਰ 'ਚ ਸਰੋਪੇ ਦੀ ਬਖਸ਼ਿਸ਼ ਕੀਤੀ ਜਾਵੇਗੀ। ਨਹੀਂ, ਸਰੋਪਾ ਗੁਰੂ ਸਾਹਿਬ ਦੇ ਵੱਲੋਂ ਸਾਨੂੰ ਬਖਸ਼ਿਸ਼ ਹੈ, ਭੇਟਾ ਸ਼ਬਦ ਨਹੀਂ ਵਰਤਣਾ। ਅਸੀਂ ਕਹਿੰਦੇ ਸਰੋਪਾ ਉਹ ਭੇਟ ਕੀਤਾ ਜਾਵੇਗਾ। ਜਦੋਂ ਕਹਿੰਦੇ ਸਰੋਪਾ ਉਹ ਭੇਟ ਕੀਤਾ ਜਾਵੇਗਾ, ਉਦੋਂ ਗੁਰੂ ਨੀਵਾਂ ਹੋ ਗਿਆ ਤੇ ਸਿੱਖ ਉੱਚਾ ਹੋ ਗਿਆ। ਸਿਰਪਾਓ ਬਖਸ਼ਿਸ਼ ਹੈ, ਜੋ ਗੁਰੂ ਸਾਹਿਬ ਦੇ ਅੱਗੇ ਰੱਖਦੇ ਹਾਂ, ਉਹ ਭੇਟਾ ਹੈ। ਤੇ ਗੁਰੂ ਪਾਤਸ਼ਾਹ ਦੀਆਂ ਦਿੱਤੀਆਂ ਹੋਈਆਂ ਨਿਆਮਤਾਂ ਦੇ ਵਿੱਚੋਂ ਜੇ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ, ਉਹ ਦਾਨ ਹੈ। ਇਹਨਾਂ 3 ਚੀਜ਼ਾਂ ਨੂੰ ਸਮਝਣ ਦੀ ਲੋੜ ਹੈ। ਦਾਨ ਇੱਕ ਵੱਖਰੀ ਚੀਜ਼ ਹੈ। ਇਹ ਮੈਂ ਇਸ ਕਰਕੇ ਕਹਿ ਰਿਹਾ, ਵਿਦੇਸ਼ਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਗੋਲਕ ਦੇ ਉੱਪਰ ਲਿਖਿਆ ਹੁੰਦਾ, ਦਾਨ ਇੱਥੇ ਪਾਓ ਜੀ। ਵੀ ਸਿੱਖ ਕੌਣ ਹੋਇਆ ਗੁਰੂ ਨੂੰ ਦਾਨ ਦੇਣ ਵਾਲਾ? ਜਿਹੜਾ ਭਿਖਾਰੀ ਹੈ, ਉਹ ਦਾਤੇ ਨੂੰ ਦਾਨ ਕਿਵੇਂ ਦੇ ਸਕਦਾ ਜਦੋਂ ਅਸੀਂ ਸਾਰੇ ਭਿਖਾਰੀ ਹਾਂ? ਸੋ ਇਹ 3 ਚੀਜ਼ਾਂ ਜਿਹੜੀਆਂ ਨੇ, ਇਹਨਾਂ ਦੇ ਉੱਪਰ ਅਸੀਂ ਬਹੁਤ ਕਨਫਿਊਜ਼ਨ ਦੇ ਵਿੱਚ, ਦੁਬਿਧਾ ਦੇ ਵਿੱਚ ਹੈ। ਕਿਉਂਕਿ ਅਕਸਰ ਮੈਂ ਸਟੇਜਾਂ ਤੇ ਜਾਂਦਾ, ਕਈ ਵਾਰੀ ਕਹਿ ਦੇਣਗੇ ਜੀ ਹੁਣ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸਿਰਪਾਓ ਭੇਟ ਕਰਨਗੇ। ਸਿਰਪਾਓ ਭੇਟਾ ਨਹੀਂ ਕੀਤਾ ਜਾਂਦਾ, ਸਿਰਪਾਓ ਬਖਸ਼ਿਸ਼ ਹੈ। ਸਿਰਪਾਓ ਬਖਸ਼ਿਸ਼ ਹੈ। ਜੋ ਸਿੱਖ ਗੁਰੂ ਦੇ ਸਾਹਮਣੇ ਰੱਖਦਾ ਹੈ ਕਾਰ ਭੇਟਾ, ਉਹ ਭੇਟਾ ਹੈ। ਸੋ ਗੁਰਦੇਵ ਪਾਤਸ਼ਾਹ ਨੂੰ ਭੇਟ ਕੀਤੀ ਹੈ ਖਿੱਲਤ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਹਾਦਰ ਸ਼ਾਹ ਨੇ ਖਿੱਲਤ ਭੇਟ ਕੀਤੀ ਨਾ, ਤੇ ਉਸ ਵੇਲੇ ਜਿਹੜੇ ਉਸਦੇ ਸ਼ਾਹੀ ਕਾਜ਼ੀ ਤੇ ਉਸਦਾ ਵਜ਼ੀਰ ਸੀ ਬਖਸ਼ੀ ਬੁਲੰਦ ਖਾਨ, ਉਹ ਬੜੀ ਈਰਖਾ ਦੇ ਵਿੱਚ ਆ ਗਏ ਕਿ ਗੁਰੂ ਸਾਹਿਬ ਨੂੰ ਇਸ ਨੇ ਆਪਣਾ ਪੀਰੁਲ ਹਿੰਦ ਤਸਲੀਮ ਕਰ ਲਿਆ, ਆਪਣਾ ਧਾਰਮਿਕ ਰਹਿਬਰ ਤਸਲੀਮ ਕਰ ਲਿਆ, ਕਿਉਂਕਿ ਖਿੱਲਤ ਜਿਹੜੀ ਹੈ ਉਹ ਭੇਟਾ ਕਰ ਦਿੱਤੀ ਹੈ। ਤੇ ਸਾਡਾ ਕੀ ਬਣੇਗਾ ਇਸ ਦਰਬਾਰ ਦੇ ਵਿੱਚ? ਸਾਡੀ ਅਹਿਮੀਅਤ ਤਾਂ ਘਟਦੀ ਜਾਵੇਗੀ। ਬਹਾਦਰ ਸ਼ਾਹ ਦੇ ਸਾਹਮਣੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਹਿਮੀਅਤ ਜ਼ਿਆਦਾ ਹੈ। ਕਾਜ਼ੀ ਨੇ ਤੇ ਸਰ ਬੁਲੰਦ ਖਾਨ ਨੇ ਆਪਸ ਦੇ ਵਿੱਚ ਸਲਾਹ ਕੀਤੀ ਕਿ ਬਹਾਦਰ ਸ਼ਾਹ ਦੇ ਸਾਹਮਣੇ, ਗੁਰੂ ਸਾਹਿਬ ਦੇ ਸਾਹਮਣੇ ਕੋਈ ਐਸਾ ਸਵਾਲ ਰੱਖਿਆ ਜਾਵੇ ਕਿ ਗੁਰੂ ਸਾਹਿਬ ਦੁਬਿਧਾ ਦੇ ਵਿੱਚ ਫਸ ਜਾਣ। ਦਰਬਾਰ ਲੱਗਾ, ਬਹਾਦਰ ਸ਼ਾਹ ਬੈਠਾ ਹੈ, ਗੁਰੂ ਸਾਹਿਬ ਬੈਠੇ ਨੇ, ਸਰ ਬੁਲੰਦ ਖਾਨ ਬੈਠਾ ਹੈ ਉਹਦਾ ਵਜ਼ੀਰ, ਤੇ ਕਾਜ਼ੀ ਨੇ ਇੱਕ ਸਵਾਲ ਪੁੱਛਣ ਦੀ ਇਜਾਜ਼ਤ ਮੰਗੀ ਹੈ। ਬਾਦਸ਼ਾਹ ਸਲਾਮਤ, ਮੈਂ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਦੇ ਕੋਲੋਂ ਇੱਕ ਸਵਾਲ ਪੁੱਛ ਸਕਦਾ? ਬਹਾਦਰ ਸ਼ਾਹ ਨੇ ਕਿਹਾ, ਪੁੱਛ ਸਕਦੇ ਹੋ। ਉਸਨੇ ਸਵਾਲ ਜਿਹੜਾ ਰੱਖਿਆ ਹੈ ਨਾ, ਉਹ ਹੈ ਤੇ ਬੜਾ ਛੋਟਾ ਜਿਹਾ। ਉਸਨੇ ਕਿਹਾ, ਮਜ਼ਹਬ ਤੁਮਾਰਾ ਖੂਬ ਜਾਂ ਮਜ਼ਹਬ ਹਮਾਰਾ ਖੂਬ? ਪਰ ਇਹ ਸਵਾਲ ਦੇ ਵਿੱਚ ਦੁਬਿਧਾ ਬੜੀ ਵੱਡੀ ਹੈ। ਜੇ ਗੁਰੂ ਸਾਹਿਬ ਕਹਿਣ ਕਿ ਮਜ਼ਹਬ ਹਮਾਰਾ ਖੂਬ, ਤੇ ਫਿਰ ਬਾਦਸ਼ਾਹ ਸੋਚੇਗਾ ਇਹਦਾ ਮਤਲਬ ਕਿ ਸਾਡਾ ਮਜ਼ਹਬ ਮਾੜਾ ਹੈ। ਤੇ ਜੇ ਕਹਿਣ ਮਜ਼ਹਬ ਤੁਮਾਰਾ ਖੂਬ, ਤੇ ਉਹ ਫਿਰ ਕਹੇਗਾ ਤੁਸੀਂ ਮਾੜੇ ਨੂੰ ਕਿਉਂ ਧਾਰਨ ਕੀਤਾ ਹੋਇਆ, ਫਿਰ ਚੰਗੇ ਵਾਲੇ ਪਾਸੇ ਆ ਜਾਓ। ਅੱਜ ਦੁਨੀਆ ਦੇ ਵਿੱਚ, ਦੁਨੀਆ ਦੀ ਗੱਲ ਛੱਡ ਦਿਓ, ਜੇ ਹਿੰਦੁਸਤਾਨ ਦੇ ਵਿੱਚ ਇਸ ਪੋਲਰਾਈਜੇਸ਼ਨ ਦੇ ਵਿੱਚੋਂ ਜਿਹੜੀ ਫਿਰਕਾ ਪ੍ਰਸਤੀ ਪੈਦਾ ਹੋ ਰਹੀ ਹੈ, ਜੇਕਰ ਇਹਨੂੰ ਰੋਕਣਾ ਹੈ ਤਾਂ ਇਹਨੂੰ ਰੋਕਣ ਦੇ ਵਾਸਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਜਵਾਬ ਦਿੱਤਾ ਹੈ ਨਾ, ਉਹਦੇ ਤੋਂ ਵੱਡਾ ਸਾਡੇ ਕੋਲ ਕੋਈ ਜਵਾਬ ਨਹੀਂ। ਕਲਗੀਧਰ ਪਾਤਸ਼ਾਹ ਨੇ ਬੜੇ ਸਹਿਜ ਦੇ ਵਿੱਚ ਕਿਹਾ, ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ।
ਜੇ ਕਿਤੇ ਗੁਰਦੇਵ ਪਾਤਸ਼ਾਹ ਦੀ ਇਸ ਵਿਚਾਰਧਾਰਾ ਨੂੰ ਅਪਣਾ ਲਈਏ ਨਾ ਕਿ ਜਿਹੜਾ ਵੀ ਮਨੁੱਖ ਜਿਹੜੇ ਵੀ ਧਰਮ ਦੀ ਪ੍ਰੈਕਟਿਸ ਕਰ ਰਿਹਾ ਹੈ, ਜਿਹੜੀ ਧਰਮ ਦੀ ਵਿਚਾਰਧਾਰਾ ਨੂੰ ਅਪਣਾ ਰਿਹਾ ਹੈ, ਖੂਬੀ ਦੇ ਨਾਲ ਉਸ ਵਿਚਾਰਧਾਰਾ ਦੇ ਵਿੱਚ ਮਨੁੱਖਤਾ ਦੇ ਭਲੇ ਦੇ ਵਾਸਤੇ ਨੈਤਿਕ ਕਦਰਾਂ ਕੀਮਤਾਂ ਨੂੰ ਸਮਝਦਾ ਹੋਇਆ ਉਸ ਧਰਮ ਦੀਆਂ ਕਦਰਾਂ ਕੀਮਤਾਂ ਦੇ ਵਿੱਚ ਪਰਪੱਕ ਹੋਵੇ ਤੇ ਉਹਦਾ ਧਰਮ ਵੀ ਚੰਗਾ ਹੈ। ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ। ਇਹ ਉਹੀ ਬਖਸ਼ਿਸ਼ ਸੀ ਜਿਹੜੀ ਗੁਰਦੇਵ ਪਾਤਸ਼ਾਹ ਨੇ ਸਾਨੂੰ ਕਰ ਦਿੱਤੀ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੁਲਤਾਨਪੁਰ ਦੇ ਵਿੱਚ ਇੱਕ ਬੜਾ ਵੱਖਰਾ ਸੰਦੇਸ਼ ਦੇ ਦਿੱਤਾ। ਉਹ ਸੰਦੇਸ਼ ਕੀ ਸੀ? ਗੁਰੂ ਸਾਹਿਬ ਦੇ ਸਾਹਮਣੇ ਉਦੋਂ ਦੋ ਧਰਮ ਨੇ। ਰਾਜਨੀਤਿਕ ਤੌਰ ਤੇ ਰਾਜਨੀਤਿਕ ਸੱਤਾ ਇਸਲਾਮ ਦੇ ਕੋਲ ਹੈ ਤੇ ਧਾਰਮਿਕ ਤੌਰ ਤੇ ਲੋਕ ਬ੍ਰਾਹਮਣਵਾਦ ਦੇ ਸ਼ਿਕਾਰ ਨੇ। ਤੇ ਇਹਨਾਂ ਦੋਵਾਂ ਦੇ ਵਿੱਚ ਹੀ ਇੰਨੀਆਂ ਕਮਜ਼ੋਰੀਆਂ ਆ ਚੁੱਕੀਆਂ ਨੇ ਕਿ ਗੁਰੂ ਸਾਹਿਬ ਨੂੰ ਇਹ ਗੱਲ ਕਹਿਣੀ ਪਈ, ਰਾਜੇ ਸ਼ੀਂ ਮੁਕੱਦਮ ਕੁੱਤੇ। ਹੁਣ ਤੁਸੀਂ ਵੇਖੋ ਉਹ ਕਿਉਂ ਨੇ। ਰਾਜਾ ਹੈ ਸਟੇਟ, ਮੁਕੱਦਮ ਹੈ ਬਿਊਰੋਕ੍ਰੇਸੀ। ਇਹ ਦੋਵੇਂ ਕਰਪਟ ਹੋ ਚੁੱਕੇ ਨੇ। ਇਹਦਾ ਮਤਲਬ ਕਿ ਰਾਜਸੀ ਤੌਰ ਤੇ ਰਾਜਾ ਵੀ ਭ੍ਰਿਸ਼ਟ ਹੈ ਤੇ ਬਿਊਰੋਕ੍ਰੇਸੀ ਵੀ ਭ੍ਰਿਸ਼ਟ ਹੈ। ਤੇ ਫਿਰ ਇਸ ਭ੍ਰਿਸ਼ਟਾਚਾਰ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕਿੰਨੇ ਕਰਨਾ ਹੁੰਦਾ ਹੈ? ਧਾਰਮਿਕ ਸੰਸਥਾਵਾਂ ਨੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਧਾਰਮਿਕ ਸੰਸਥਾਵਾਂ ਵੀ ਕਰਪਟ ਨੇ। ਬ੍ਰਾਹਮਣ ਨਾਵੇ ਜੀਆਂ ਕਾਏ। ਜਿਸ ਨੇ ਇਸ ਸੰਸਾਰ ਨੂੰ ਇਸ ਭ੍ਰਿਸ਼ਟ ਵਿਚਾਰਧਾਰਾ ਦੇ ਖਿਲਾਫ ਚੇਤਨਤਾ ਦੇਣੀ ਸੀ, ਧਰਮ ਨੇ, ਉਹ ਧਰਮੀ ਵਿਅਕਤੀ ਵੀ ਭ੍ਰਿਸ਼ਟਾਚਾਰ ਦੇ ਵਿੱਚ ਹੈ। ਤੇ ਜਦੋਂ ਧਰਮ ਦੀਆਂ ਸੰਸਥਾਵਾਂ ਭ੍ਰਿਸ਼ਟਾਚਾਰ ਦੇ ਵਿੱਚ ਅਲਿਪਤ ਹੋ ਜਾਂਦੀਆਂ ਨੇ ਤੇ ਉਹਨਾਂ ਦੇ ਖਿਲਾਫ ਆਵਾਜ਼ ਉਠਾਉਣੀ ਹੁੰਦੀ ਪ੍ਰਚਾਰਕ ਵਰਗ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਪ੍ਰਚਾਰਕ ਵਰਗ ਸੀ ਨਾ ਉਹ ਵੀ ਐਵੇਂ ਦਾ ਬਣ ਗਿਆ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਕਹਿੰਦੇ ਕਿ ਜਿਸ ਨੇ ਆਪਣੇ ਆਪ ਨੂੰ ਧਾਰਮਿਕ ਰਹਿਬਰ ਸਮਝ ਕੇ ਧਰਮ ਦੇ ਇਸ ਸੰਸਥਾਗਤ ਢਾਂਚੇ ਦੇ ਖਿਲਾਫ ਆਵਾਜ਼ ਉਠਾਉਣੀ ਸੀ ਕਿ ਇਹ ਵੀ ਕਰਪਟ ਹੋ ਚੁੱਕਾ ਹੈ, ਉਹ ਆਪ ਕਰਪਟ ਹੋ ਚੁੱਕਾ ਹੈ। ਚਾਰ ਚੀਜ਼ਾਂ ਜਿਹੜੀਆਂ ਨੇ ਉਹ ਚੌਵੇਂ ਕਰਪਟ ਨੇ। ਰਾਜਾ ਵੀ, ਮੁਕੱਦਮ ਵੀ, ਬ੍ਰਾਹਮਣ ਵੀ ਤੇ ਜੋਗੀ ਵੀ। ਭਾਵ ਕਿ ਸਟੇਟ ਵੀ, ਬਿਊਰੋਕ੍ਰੇਸੀ ਵੀ, ਜੁਡੀਸ਼ਰੀ ਵੀ ਤੇ ਰਿਲੀਜੀਅਸ ਇੰਸਟੀਟਿਊਸ਼ਨ ਵੀ। ਕਿਉਂਕਿ ਜਿਹੜਾ ਕਾਜੀ ਕੂੜ ਬੋਲ ਮਲ ਖਾਏ, ਜਿਹੜਾ ਕਾਜੀ ਹੈ ਉਹਦੇ ਕੋਲ ਜੁਡੀਸ਼ਰੀ ਹੁੰਦੀ ਹੈ, ਕਾਨੂੰਨੀ ਪ੍ਰਕਿਰਿਆ ਦਾ ਸਾਰਾ ਮਾਲਕ ਕਾਜੀ ਹੈ। ਸੋ ਇਹ ਸਾਰੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ ਇਹ ਕਰਪਟ ਹੋ ਚੁੱਕੀਆਂ ਨੇ। ਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਸੁਲਤਾਨਪੁਰ ਦੇ ਵਿੱਚ ਆਵਾਜ਼ ਗੂੰਜਦੀ ਹੈ ਨਾ, ਉਹ ਆਵਾਜ਼ ਕੀ ਹੈ? ਨਾ ਹਮ ਹਿੰਦੂ ਨਾ ਮੁਸਲਮਾਨ। ਕਿਉਂ? ਕਿਉਂਕਿ ਦੋਵਾਂ ਦੇ ਵਿੱਚ ਕਰਪਸ਼ਨ ਹੈ। ਜੇ ਇੱਕ ਦੇ ਕੋਲ ਰਾਜਨੀਤੀ ਹੈ ਤੇ ਉਹਦੀ ਰਾਜਨੀਤੀ ਜਿਹੜੀ ਹੈ ਉਹ ਮਨੁੱਖਤਾ ਦੀਆਂ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਤੋਂ ਹੀਣੀ ਹੈ। ਤੇ ਜਿਹਦੇ ਕੋਲ ਧਰਮ ਹੈ ਉਹਦਾ ਕੰਮ ਸੀ ਲੋਕਾਂ ਨੂੰ ਸੁੱਖ ਦੇਣੇ, ਉਹ ਧਰਮ ਦੇ ਨਾਮ ਤੇ ਲੋਕਾਂ ਨੂੰ ਠੱਗ ਰਿਹਾ। ਤੇ ਗੁਰੂ ਸਾਹਿਬ ਨੇ ਕਿਹਾ ਕਿ ਚਾਹੇ ਇਹ ਰਾਜਸੀ ਤੌਰ ਤੇ ਤਾਕਤ ਰੱਖਦੇ ਨੇ, ਚਾਹੇ ਇਹ ਧਾਰਮਿਕ ਤੌਰ ਤੇ ਤਾਕਤ ਰੱਖਦੇ ਨੇ, ਮੇਰਾ ਇਹਨਾਂ ਦੋਵਾਂ ਦੇ ਨਾਲ ਕੋਈ ਸਬੰਧ ਨਹੀਂ। ਨਾ ਹਮ ਹਿੰਦੂ ਨਾ ਮੁਸਲਮਾਨ। ਤੇ ਦੌਲਤ ਖਾਨ ਲੋਧੀ ਦੇ ਦਰਬਾਰ ਦੇ ਵਿੱਚ ਸ਼ਿਕਾਇਤ ਲੈ ਕੇ ਵੀ ਇਹਨਾਂ ਦੋਵਾਂ ਧਰਮਾਂ ਦੇ ਨੁਮਾਇੰਦੇ ਗਏ ਨੇ। ਇੱਕ ਬ੍ਰਾਹਮਣ ਗਿਆ, ਇੱਕ ਮੁਸਲਮਾਨ ਗਿਆ, ਕਿ ਜੈ ਰਾਮ ਦੇ ਸਾਲੇ ਨੇ ਤਾਂ ਵੱਖਰਾ ਸੰਦੇਸ਼ ਦੇ ਦਿੱਤਾ ਹੈ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਕਿਸੇ ਵੱਖਰੇ ਧਰਮ ਨੂੰ ਤਸਲੀਮ ਕਰਨ ਦੀ ਗੱਲ ਕਰ ਰਿਹਾ ਹੈ। ਗੁਰੂ ਸਾਹਿਬ ਨੂੰ ਤਲਬ ਕੀਤਾ ਗਿਆ ਦੌਲਤ ਖਾਨ ਦੀ ਕਚਹਿਰੀ ਦੇ ਵਿੱਚ। ਇਹ ਦੌਲਤ ਖਾਨ ਉਸ ਵੇਲੇ ਪੰਜਾਬ ਦਾ ਗਵਰਨਰ ਸੀ ਤੇ ਰਾਜਨੀਤਿਕ ਤੌਰ ਤੇ ਇਹਦੀ ਅਪਰੋਚ ਇੰਨੀ ਜ਼ਿਆਦਾ ਸੀ ਕਿ ਇਹਦੀ ਜਿਹੜੀ ਰਿਸ਼ਤੇਦਾਰੀ ਹੈ ਉਹ ਦਿੱਲੀ ਦੇ ਲੋਧੀ ਸਰਦਾਰਾਂ ਦੇ ਨਾਲ ਸੀ। ਪਹਿਲਾਂ ਬਹਿਲੋਲ ਲੋਧੀ ਸੀ, ਬਹਿਲੋਲ ਲੋਧੀ ਤੋਂ ਬਾਅਦ ਸਿਕੰਦਰ ਲੋਧੀ, ਫਿਰ ਇਬਰਾਹਿਮ ਲੋਧੀ, ਉਹ ਇਹਦੇ ਰਿਸ਼ਤੇਦਾਰ ਸੀ। ਤੇ ਵਿਸ਼ਵ ਪੱਧਰ ਦੇ ਉੱਪਰ ਇਹਦੀ ਇੰਨੀ ਜ਼ਿਆਦਾ ਅਪਰੋਚ ਸੀ ਕਿ ਬਾਬਰ ਨੂੰ ਹਿੰਦੁਸਤਾਨ ਦੇ ਉੱਪਰ ਹਮਲਾ ਕਰਨ ਦਾ ਸੱਦਾ ਵੀ ਦੌਲਤ ਖਾਨ ਲੋਧੀ ਨੇ ਦਿੱਤਾ ਸੀ। ਹੁਣ ਤੁਸੀਂ ਇਹ ਵੇਖ ਲਓ ਕਿ ਇਹਦੀ ਅਪਰੋਚ ਕਿੰਨੀ ਹੋਵੇਗੀ, ਇਹਦੀ ਉਹਨਾਂ ਸਮਿਆਂ ਦੇ ਵਿੱਚ ਰਾਜਨੀਤਿਕ ਪਹੁੰਚ ਕਿੰਨੀ ਹੋਵੇਗੀ। ਤੇ ਇਹ ਜਵਾਈ ਕਿਸ ਦਾ ਹੈ? ਰਾਏ ਭੋਏ ਦਾ, ਨਨਕਾਣਾ ਸਾਹਿਬ ਵਾਲੇ ਦਾ, ਉਹਦਾ ਜਵਾਈ ਹੈ ਦੌਲਤ ਖਾਨ ਲੋਧੀ। ਦੌਲਤ ਖਾਨ ਲੋਧੀ ਦੇ ਦਰਬਾਰ ਦੇ ਵਿੱਚ ਇਹ ਸ਼ਿਕਾਇਤ ਹੋਈ ਹੈ, ਗੁਰੂ ਨਾਨਕ ਸਾਹਿਬ ਨੂੰ ਤਲਬ ਕੀਤਾ ਗਿਆ। ਤੇ ਉਸ ਸਮੇਂ ਦੀ ਰਾਜਸੀ ਪਰੰਪਰਾ ਦੇ ਮੁਤਾਬਕ ਜਦੋਂ ਰਾਜੇ ਦੇ ਦਰਬਾਰ ਦੇ ਵਿੱਚ ਕਿਸੇ ਨੂੰ ਤਲਬ ਕੀਤਾ ਜਾਂਦਾ ਸੀ ਤੇ ਤਲਬ ਹੋਣ ਵਾਲਾ ਵਿਅਕਤੀ ਝੁੱਕ ਕੇ 7 ਸਲਾਮਾਂ ਕਰਦਾ ਸੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਰਾਜੇ ਦੇ ਦਰਬਾਰ ਦੇ ਵਿੱਚ ਦੌਲਤ ਖਾਨ ਲੋਧੀ ਦੇ ਸਾਹਮਣੇ ਗਏ ਤੇ ਜਾ ਕੇ ਸਿੱਧੇ ਖੜੇ ਨੇ, ਸਲਾਮ ਨਹੀਂ ਕੀਤਾ। ਤੇ ਉਸ ਵੇਲੇ ਸ਼ਾਹੀ ਕਾਜ਼ੀ ਨੇ ਕਿਹਾ ਹੈ
ਗੁਰੂ ਨਾਨਕ, ਕੀ ਤੈਨੂੰ ਇਸ ਕਚਹਿਰੀ ਦੇ ਕਾਇਦੇ ਦਾ ਨਹੀਂ ਪਤਾ ਕਿ ਇਸ ਕਚਹਿਰੀ ਦੇ ਵਿੱਚ ਜਦੋਂ ਦੌਲਤ ਖਾਨ ਲੋਧੀ ਦੇ ਸਾਹਮਣੇ ਤਲਬ ਕੀਤਾ ਜਾਂਦਾ ਹੈ ਤਾਂ ਝੁੱਕ ਕੇ 7 ਸਲਾਮਾਂ ਕੀਤੀਆਂ ਜਾਂਦੀਆਂ ਨੇ। ਤੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਸ਼ਬਦ ਕਹੇ ਨੇ ਸਾਡੇ ਪ੍ਰਾਤਨ ਜਨਮ ਸਾਖੀ ਦੇ ਵਿੱਚ ਦਰਜ ਨੇ। ਗੁਰੂ ਸਾਹਿਬ ਨੇ ਕਿਹਾ ਸੱਚੇ ਸਾਹਿਬ ਕੋ ਸਲਾਮ ਕੀਆ ਹੈ, ਅਬ ਕਿਸੇ ਔਰ ਕੋ ਸਰ ਨਹੀਂ ਝੁਕਾਤੇ। ਜਿਹੜਾ ਸਿਰ ਉਸ ਅਕਾਲ ਪੁਰਖ ਦੇ ਅੱਗੇ ਇੱਕ ਵਾਰੀ ਝੁਕ ਚੁੱਕਾ ਹੈ, ਉਹ ਹੁਣ ਸਿਰ ਕਿਸੇ ਹੋਰ ਦੇ ਅੱਗੇ ਨਹੀਂ ਝੁਕੇਗਾ। ਤੇ ਹੁਣ ਅਸੀਂ ਵੇਖੀਏ ਕਿ ਜਿਹੜਾ ਸਿਰ ਗੁਰੂ ਨਾਨਕ ਸਾਹਿਬ ਦੇ ਅੱਗੇ ਝੁਕਦਾ ਹੈ, ਉਹ ਹੁਣ ਹੋਰ ਕਿਤੇ ਝੁਕ ਰਿਹਾ ਕਿ ਨਹੀਂ। ਇਸ ਗੱਲ ਨੂੰ ਸੋਚਣ ਦਾ ਕੋਸ਼ਿਸ਼ ਕਰੀਏ। ਅਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਖੜੇ ਹੋ ਕੇ ਪਤਾ ਕੀ ਕਹਿੰਦੇ ਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਔਰ ਗੁਰੂ ਸਾਹਿਬ ਨੇ ਨਾ ਤੇ ਇਹ ਸਾਨੂੰ ਸਲਾਹ ਦਿੱਤੀ ਹੈ ਤੇ ਨਾ ਸਾਨੂੰ ਇਹ ਬੇਨਤੀ ਕੀਤੀ। ਗੁਰੂ ਸਾਹਿਬ ਨੇ ਹੁਕਮ ਸ਼ਬਦ ਵਰਤਿਆ, ਸਭ ਸਿੱਖਣ ਕੋ ਹੁਕਮ ਹੈ। ਹੁਕਮ ਦੀ ਪਾਲਣਾ ਕਰਦੇ ਨਾ ਜੀ ਨਾ। ਰਾਹ ਦੇ ਵਿੱਚ ਕੋਈ ਕਬਰ ਆ ਜਾਵੇ, ਸਿਰ ਉੱਥੇ ਵੀ ਝੁਕਾ ਦਈਦਾ ਹੈ। ਕੋਈ ਬੁੱਤ ਆ ਜਾਵੇ, ਸਿਰ ਉੱਥੇ ਵੀ ਝੁਕਾ ਦਈਦਾ ਹੈ। ਕੋਈ ਬਾਬਾ ਆ ਜਾਵੇ, ਉਹਦੀ ਟਰਾਲੀ ਦੇ ਵਿੱਚ ਵੀ ਬਹਿ ਜਾਈਦਾ ਕਿ ਬਾਬਿਆਂ ਦੇ ਚੱਲੇ। ਉਹ ਟਰਾਲੀ ਵਾਲਾ ਭਾਵੇਂ ਰਾਧਾ ਸਵਾਮੀਆਂ ਦੇ ਲੈ ਜਾਏ ਤੇ ਭਾਵੇਂ ਨਿਰੰਕਾਰੀਆਂ ਦੇ ਲੈ ਜਾਵੇ, ਤੇ ਗੁਰੂ ਦੀ ਹਜ਼ੂਰੀ ਚੱਕ ਕੇ ਕਹਿ ਦੇਣਾ ਸਭ ਸਿੱਖਣ ਕੋ ਹੁਕਮ ਹੈ। ਤੇ ਹੁਣ ਆਪਣੇ ਆਪੇ ਤੋਂ ਪੁੱਛੀਏ ਕੀ ਮੰਨਦੇ ਹਾਂ। ਗੁਰੂ ਨਾਨਕ ਸਾਹਿਬ ਨੇ ਤਾਂ ਰਾਜੇ ਦੇ ਸਾਹਮਣੇ ਕਹਿ ਦਿੱਤਾ ਕਿ ਹੁਣ ਮੈਂ ਸਿਰ ਹੋਰ ਕਿਤੇ ਨਹੀਂ ਝੁਕਾਉਣਾ, ਕਿਉਂਕਿ ਮੈਂ ਸੱਚੇ ਸਾਹਿਬ ਨੂੰ ਸਲਾਮ ਕਰ ਲਿਆ। ਤੇ ਗੁਰੂ ਨਾਨਕ ਨੂੰ ਮੰਨਣ ਵਾਲਾ ਜਿਹੜਾ ਸਿੱਖ ਹੈ, ਉਹਦਾ ਅਕੀਦਾ ਕਦੋਂ ਇੰਨਾ ਪੱਕਾ ਹੋਵੇਗਾ ਕਿ ਉਸਨੇ ਗੁਰੂ ਨਾਨਕ ਨੂੰ ਸਿਰ ਝੁਕਾ ਲਿਆ, ਹੁਣ ਇਹ ਸਿਰ ਕਿਸੇ ਹੋਰ ਦੇ ਅੱਗੇ ਨਹੀਂ ਝੁਕ ਸਕਦਾ। ਉਹਦਾ ਅਕੀਦਾ ਇੰਨਾ ਪੱਕਾ ਕਦੋਂ ਹੋਵੇਗਾ।